बिस्मिल्लाहिर्रहमानिर्रहीम अस्सलाम वालेकुम रहमतुल्लाहि वबरकातुहू। दोस्तों ਉਹੀ ਗੱਲ ਹੋਈ, ਸਿਆਸਤ ਕੋਈ ਸਮਝ ਨਹੀਂ ਸੀ ਆ ਰਹੀ। ਲੋਕਾਂ ਨੇ ਰੌਲਾ ਪਾਤਾ, ਗੱਲਾਂ ਸਾਰੀਆਂ ਲੋਕੀ ਸਹੀ ਕਰ ਰਹੇ ਸੀ। ਸ਼ਾਹਿਦ ਖਾਨ ਅब्बासी ਹੈ, ਉਹ ਜਨਾਬ ਕੀ ਬੋਂਗੀਆਂ ਮਾਰਨ ਲੱਗ ਪਿਆ। ਲੋਕੀ ਕੱਲ ਦੇ ਲੱਗੇ ਸੀ ਕਿ ਜੀ ਸ਼ਾਹਿਦ ਖਾਨ अब्बासी ਨੂੰ ਜਨਾਬ ਉੱਥੇ ਲੋਰੋਂ ਲਿਆ ਕੇ ਸੀਟ ਦਿੱਤੀ, ਫਲਾਨਾ ਕੀਤਾ, ਆਸਾਨ ਫਰਾਮੋਸ਼ ਨਿਕਲਿਆ, ਫਲਾਣੇ ਨੇ ਇਹ ਕਰਤਾ, ਪੈਸਾ ਖਟਕ ਨੂੰ ਕੋਈ ਲਿਆ ਪਾਰਟੀ ਦੇ ਵਿੱਚ। ਗੱਲਾਂ ਬੜੀਆਂ ਜ਼ਬਰਦਸਤ ਗਈਆਂ ਸੀ, ਕਿਉਂਕਿ ਤੁਹਾਨੂੰ ਪਤਾ ਨਾ ਹੁਣ ਸਾਡਾ ਪਾਕਿਸਤਾਨ ਇੱਕ ਐਸਾ ਮੁਲਕ ਬਣ ਚੁੱਕਿਆ ਕਿ ਸਾਰੇ ਬੰਦੇ ਜਿੰਨੇ ਵੀ ਲੋਕ ਨੇ ਇੱਥੇ ਪੈਦਾ ਹੋਏ, ਜਿਹੜੇ ਇੱਥੇ ਜੰਮੇ ਪਲੇ ਨੇ, ਉਹਨਾਂ ਨੂੰ ਸਿਸਟਮ ਐਸਾ ਬਣਿਆ, ਐਸੇ ਹਾਲਾਤ ਪੈਦਾ ਹੋਏ ਨੇ, ਸੋਸ਼ਲ ਮੀਡੀਆ ਤੇ ਬੈਠੇ ਹੋਣਗੇ ਤੇ ਮਹਾਪੂੰਡੀਬਾਜ਼ ਪਾਕਿਸਤਾਨੀ, ਜੇ ਤੁਸੀਂ ਕੀਮਾਂ ਦਾ ਸਿਲਸਿਲਾ ਸ਼ੁਰੂ ਹੋਏਗਾ ਤੇ ਕੀਮਾਂ ਦੇ ਟੋਟਕੇ ਆਉਣਗੇ ਤੇ ਲੱਗੇਗਾ ਸਾਰਾ ਪਾਕਿਸਤਾਨ ਕੀਮ ਹੋ ਗਿਆ। ਉੱਥੇ ਟੋਟਕਾ ਸੁਣਦੇ ਨੇ, ਉੱਥੇ ਹੀ ਸੁਣਾ ਦਿੰਦੇ ਨੇ। ਜੇ ਤੁਸੀਂ ਵੇਖੋਗੇ ਡਾਕਟਰ ਤੇ ਲੱਗੇਗਾ ਸਾਰਾ ਪਾਕਿਸਤਾਨ ਡਾਕਟਰ ਹੋ ਗਿਆ, ਡਾਕਟਰ ਦੁਨੀਆ 'ਚ ਹੋਰ ਕੋਈ ਰਹਿ ਹੀ ਨਹੀਂ ਕਿਤੇ ਗਏ। ਤੁਸੀਂ ਅਲਗਰਜ਼ ਜਿਹੜਾ ਵੀ ਕੰਮ ਵੇਖਣਾ, ਸਿਆਸਤ ਵੇਖਣੀ, ਤਾਂ ਤੁਹਾਨੂੰ ਲੱਗੇਗਾ ਸਾਰੇ ਵੱਡੇ ਤੋਂ ਵੱਡੇ ਸਿਆਸਤਦਾਨ ਸਾਰੇ ਪਾਕਿਸਤਾਨੀ ਪੈਦਾ ਹੋਏ ਨੇ, ਸਾਰਾ ਪਾਕਿਸਤਾਨੀ ਸਿਆਸਤਦਾਨ ਹੋ ਗਿਆ। ਜਿਸ ਤਰ੍ਹਾਂ ਛੋਟੇ ਹੁੰਦੇ ਸੁਣਨੇ ਹੁੰਦੇ ਸਾਂ ਕਿ ਜੀ ਜਦੋਂ ਤੁਸੀਂ ਹੌਸਪੀਟਲ ਜਾਓ ਤਾਂ ਲੱਗਦਾ ਸਾਰੀ ਦੁਨੀਆ ਹੌਸਪੀਟਲ ਆ ਗਈ ਹੈ, ਸਟੇਸ਼ਨ ਤੇ ਜਾਓ ਸਾਰੀ ਦੁਨੀਆ ਲੱਗਦਾ ਸਟੇਸ਼ਨ ਤੇ ਆ ਗਈ ਹੈ। ਇੰਝ ਲੱਗਦਾ ਜਿਵੇਂ ਉਸੇ ਤਰ੍ਹਾਂ ਹੀ ਹੁਣ ਲੱਗਦਾ ਹੈ ਕਿ ਉਹ ਜਿਸ ਤਰ੍ਹਾਂ ਸਟੇਸ਼ਨ ਹੁੰਦਾ ਸੀ, ਹੌਸਪੀਟਲ ਹੁੰਦਾ, ਗੈਦਰਿੰਗ ਵਾਲੀ ਜਗ੍ਹਾ ਹੁੰਦੀਆਂ ਸੀ ਨਾ ਜੀ, ਇਹ ਸੋਸ਼ਲ ਮੀਡੀਆ ਵੀ ਉਸ ਤਰ੍ਹਾਂ ਹੀ ਲੱਗਦਾ ਸਾਨੂੰ ਕਿ ਉਸ ਤਰ੍ਹਾਂ ਹੀ ਲੋਕੀ ਉਹਨਾਂ ਉੱਥੇ ਇਕੱਠੇ ਹੋ ਕੇ ਬਹਿ ਗਏ ਨੇ ਤੇ ਲੱਗਦਾ ਸਾਰੀ ਦੁਨੀਆ ਇੱਥੇ ਹੀ ਆ ਗਈ ਹੈ। ਬੜਾ ਸ਼ੋਰ ਸ਼ਰਾਬਾ ਜਨਾਬ ਕੱਲ ਪਰਸੋਂ ਦੇ ਸੁਣ ਰਹੇ ਸੀ, ਉਹ ਜੀ ਪੈਂਸਲ ਖਟਕ ਨੂੰ ਕਿਉਂ ਲਿਆ ਵਾਪਸ, ਉਹ ਫਲਾਨਾ ਜਨਾਬ ਮੁਫਤਾ ਇਸਮਾइल ਦੇ ਇਨਸਾਨ ਕਰਤੇ, ਇਹਦੇ ਕਰਤੇ, ਪਤਾ ਨਹੀਂ ਕਿਹੜੀ ਕਿਹੜੀ ਗੱਲ ਸੁਣੀ, ਬੜੀ ਕੋਈ ਸਮਝੋ ਬਾਹਰ ਸੀ ਗੱਲ। ਫਿਰ ਮੈਨੂੰ ਆਪਣੇ ਆਪ ਤੇ ਸ਼ੱਕ ਪੈਣ ਲੱਗ ਪਿਆ। ਮੈਂ ਕਿਹਾ ਯਾਰ ਪਾਕਿਸਤਾਨ ਵਾਲੀ ਦੂਰ ਬੈਠੇ ਆ, ਹੋ ਸਕਦਾ ਕਿ ਸਾਡੀ ਗ੍ਰਿਫਤ ਬੜੀ ਲੂਜ਼ ਹੋ ਗਈ ਹੁਣ। ਅਸੀਂ ਤੇ ਸੁਣੀਆਂ ਗੱਲਾਂ ਤੇ ਜਾਣੇ, ਲੋਕੀ ਕਹਿੰਦੇ ਨੇ ਜੋ ਉੱਥੇ ਲੰਡਨ ਬੈਠਾ ਹੈ ਉਹਨੂੰ ਕੀ ਪਤਾ, ਤੇ ਆਪ ਵੀ ਤਾਂ ਘਰ ਹੀ ਬੈਠੇ ਨਾ, ਆਪ ਕਿਹੜੇ ਕੋ ਉੱਥੇ ਸਮਰੀ ਬੈਠੇ ਹੁੰਦੇ ਨੇ। ਸੋਚਣ ਦੀ ਗੱਲ ਹੈ, ਜਿਸ ਤਰ੍ਹਾਂ ਖਬਰ ਤੁਹਾਨੂੰ ਪਹੁੰਚਦੀ ਉਸ ਤਰ੍ਹਾਂ ਮੈਨੂੰ ਪਹੁੰਚਦੀ, ਤੇ ਜਿੰਨੀ ਕੁ ਸਪੀਡ ਨਾਲ ਤੁਹਾਨੂੰ ਪਹੁੰਚਦੀ ਉਸ ਤੋਂ ਵੱਧ ਸਪੀਡ ਨਾਲ ਮੈਨੂੰ ਪਹੁੰਚਦੀ। ਤੇ ਉਹ ਆਰਾਮ ਨਾਲ ਕਹਿ ਛੱਡਦੇ ਉਹ ਤੇ ਲੰਡਨ ਬੈਠਾ ਹੈ। ਓਏ ਤਾਇਓ, ਉਹ ਚਾਚੋ, ਉਹ ਮਾਮਿਓ, ਉਹ ਮੇਰੀ ਗੱਲ ਸੁਣੋ, ਜਿਹੜਾ ਤੁਸੀਂ ਰੌਲਾ ਪਾਇਆ ਕਰ ਉੱਥੇ ਲੰਡਨ ਬੈਠਾ ਹੈ, ਉਹ ਜਿੱਥੋਂ ਦੀ ਤੁਸੀਂ ਗੱਲਾਂ ਕਰ ਰਹੇ ਹੁੰਦੇ ਜੇ, ਖਬਰ ਦੇ ਰਹੇ ਹੁੰਦੇ ਜੇ, ਤੁਸੀਂ ਉੱਥੇ ਨਹੀਂ ਬੈਠੇ ਹੁੰਦੇ, ਤੁਹਾਨੂੰ ਵੀ ਉਹ ਟੀਵੀ ਮੀਡੀਆ ਤੋਂ ਉੱਥੇ ਪਤਾ ਲੱਗਦਾ, ਤੇ ਮੈਨੂੰ ਇੱਥੇ ਪਤਾ ਲੱਗਦਾ। ਤੇ ਵੱਡੇ ਤੋਂ ਵੱਡਾ ਬੰਦਾ ਉੱਥੇ ਮੌਜੂਦ ਤੇ ਕੋਈ ਵੀ ਨਹੀਂ ਹੁੰਦਾ ਯਾਰ, ਕੁਝ ਥੋੜੇ ਬੰਦੇ ਉਹੀ ਮੌਜੂਦ ਹੁੰਦੇ ਜਿਹਨਾਂ ਦੀ ਖਬਰ ਹੁੰਦੀ, ਬਾਕੀ ਤਾਂ ਅਸੀਂ ਉੱਥੇ ਹੁੰਦੇ ਹੀ ਨਹੀਂ ਨਾ। ਉਹਦੇ ਵਾਸਤੇ ਤੁਸੀਂ ਅਮਰੀਕਾ ਬੈਠੇ ਹੋ, ਭਾਵੇਂ ਲੰਡਨ ਬੈਠੇ ਹੋ, ਜਿੱਥੇ ਮਰਜ਼ੀ ਅਕਲ ਨੂੰ ਇਸਤੇਮਾਲ ਕਰਿਆ ਕਰੋ। ਉਹ ਬੜਾ ਮਸਲਾ ਬਣ ਗਿਆ ਮੇਰੇ ਵਾਸਤੇ, ਮੈਂ ਸੋਚਣ ਨੂੰ ਮਜਬੂਰ ਹੋ ਗਿਆ। ਫਿਰ ਮੇਰੇ ਨੂੰ ਤੁਹਾਨੂੰ ਪਤਾ ਇੱਕ ਕੁਰੈਕਸ਼ਨ ਲੈ ਕੇ ਆ ਬਾਬੇ ਪਾਕਿਸਤਾਨੀ ਦਾ, ਜਦੋਂ ਮਸਲਾ ਕੋਈ ਫਸ ਜਾਂਦਾ ਮੈਂ ਇੱਥੋਂ ਦੌੜ ਲਾਣਾ, ਸਿੱਧਾ ਉੱਥੇ ਚਲਾ ਜਾਂਦਾ। ਸੌਣ ਦੀ ਤਿਆਰੀ ਕੀਤੀ, ਸਵਾਲ ਇਕੱਠੇ ਕੀਤੇ, ਉਹ ਜਿਹੜਾ ਬਾਬੇ ਨੇ ਫਾਰਮੂਲਾ ਦੱਸਿਆ ਸੀ, ਫਾਰਮੂਲਾ ਲਾਇਆ ਸਿੱਧਾ ਹੀ ਬਾਬੇ ਦੇ ਕੋਲ। ਬਾਬੇ ਜੀ ਬੈਠੇ ਹੱਸੀ ਜਾ ਰਹੇ ਸੀ, ਕਹਿੰਦੇ ਨੇ ਅੱਜ ਕਿਹੜੀ ਬੋਂਗੀ ਲੈ ਕੇ ਆ। ਮੈਂ ਕਿਹਾ ਜੀ ਬੋਂਗੀ ਕਾਹਦੀ, ਮੈਨੂੰ ਤੇ ਮਸਲੇ ਦੱਸੋ ਸਮਝਾਓ। ਉਹ ਕਹਿੰਦੇ ਨੇ ਕੀ, ਮੈਂ ਕਿਹਾ ਪੈਂਸਲ ਖਟਕ ਨੂਨ ਲੀਗ ਵਿੱਚ ਜਿਸ ਤਰ੍ਹਾਂ ਅਲੀ ਮੀਨ ਗੰਡਾਪੁਰ ਨਹੀਂ ਇਸਲਾਮਾਬਾਦ ਤੇ ਹਮਲਾ ਕਰਨ ਆਉਂਦਾ, ਫਿਜ਼ੀਕਲੀ ਪੈਂਸਲ ਖਟਕ ਵੀ ਇਸ ਤਰ੍ਹਾਂ ਆਉਂਦਾ ਰਿਹਾ ਆਪਣੀ ਉੱਥੋਂ ਫੌਜ ਲੈ ਕੇ, ਤੇ ਇਸਲਾਮਾਬਾਦ ਦੇ ਬਾਰਡਰ ਤੇ ਆ ਕੇ, ਤੁਹਾਨੂੰ ਯਾਦ ਨਹੀਂ ਉੱਥੇ ਆਸੂ ਗੈਸ ਚੱਲਦੇ ਸੀ, ਸਭ ਕੁਝ ਹੁੰਦਾ ਸੀ। ਤੇ ਇਹ ਜਿਹੜੀ ਜ਼ੁਬਾਨ ਅੱਜ ਅਲੀ ਮੀਨ ਗੰਡਾਪੁਰ ਬੋਲ ਰਿਹਾ, ਇਹੋ ਹੀ ਤੇ ਪੈਂਸਲ ਖਟਕ ਬੋਲਦਾ ਸੀ, ਤੇ ਉਹਨਾਂ ਨੂਨ ਲੀਗ ਚ ਆ ਗਿਆ ਤੇ ਉਹ ਵਜ਼ੀਰ-ਏ-ਆਜ਼ਮ ਦਾ ਮਸ਼ੀਰ ਵੀ ਬਣ ਗਿਆ। ਫਿਰ ਮੈਂ ਕਿਹਾ ਬਾਬਾ ਜੀ ਜਿਹੜੇ ਸਿਆਸੀ ਜਮਾਤਾਂ ਇੰਨੀਆਂ ਸਾਰੀ ਰਲ ਗਈਆਂ ਨੇ, ਪਹਿਲੇ ਪੀਟੀਆਈ ਇਕੱਲੀ ਸੀ ਤੇ ਇੰਨਾ ਰੌਲਾ ਹੈਗਾ ਸੀ, ਤੇ ਹੁਣ ਤੇ ਕਿੰਨੀਆਂ ਸਾਰੀ ਜਮਾਤਾਂ ਹੋਰ ਵੀ ਰਲ ਗਈਆਂ ਨੇ। ਤੇ ਉਹ ਕਹਿੰਦੇ ਨੇ ਆਇਨ ਤੇ ਕਾਨੂੰਨ ਤੇ ਪਾਬੰਦੀ ਹੋਏਗੀ ਸਾਡੇ ਮੁਲਕ ਵਿੱਚ, ਉਸ ਤੋਂ ਬਗੈਰ ਅਸੀਂ ਮੁਲਕ ਨਹੀਂ ਚੱਲਣ ਦੇਣਾ। ਮੁਲਕ ਨੂੰ ਆਇਨ ਤੇ ਕਾਨੂੰਨ ਤੇ ਚੱਲਣ ਵਾਲਾ ਕਰਨਾ, ਤੇ ਉਸ ਤੋਂ ਬਗੈਰ ਅਸੀਂ ਬਹਿਣਾ ਹੀ ਨਹੀਂਗਾ। ਬਾਬਾ ਜੀ ਬੜਾ ਸੀ। ਮੈਂ ਕਿਹਾ ਬਾਬਾ ਸੀ ਜਾਓਗੇ ਕਿ ਸਾਨੂੰ ਸਮਝਾਓਗੇ, ਅਸੀਂ ਵੀ ਸੀ ਨਾਲ ਤੁਹਾਡੇ। ਕਹਿੰਦੇ ਨੇ ਪੁੱਤਰ ਬਹਿ ਜਾ ਇੱਥੇ। ਉਹ ਚੌਂਕੀ ਜੇ ਕੋਈ ਪਈ ਸੀ, ਮੈਂ ਲੈ ਕੇ ਨਾਲ ਬਾਬੇ ਦੇ ਕੋਲ ਬਹਿ ਗਿਆ। ਮੈਂ ਕਿਹਾ ਬਾਬੇ ਮੈਨੂੰ ਜ਼ਰਾ ਆਰਾਮ ਨਾਲ ਸਮਝਾਉਣਾ, ਮੈਨੂੰ ਸਮਝ ਲੱਗ ਜਾਵੇ ਤਾਂ ਜਾ ਕੇ ਨਾ, ਫਿਰ ਮੈਂ ਗੱਲਾਂ ਸੁਣਾਉਣੀਆਂ ਹੁੰਦੀਆਂ ਨੇ ਆਪਣੇ ਯਾਰਾਂ ਦੋਸਤਾਂ ਨੂੰ, ਉਹ ਵੀ ਇੰਤਜ਼ਾਰ ਕਰ ਰਹੇ ਹੁੰਦੇ ਨੇ। ਮੈਂ ਕਿਹਾ ਮੈਂ ਰੋਜ਼ ਜਿਹੜੀ ਨਹੀਂ ਜਾ ਉੱਥੇ ਦੱਸਦਾ,
ਕਦੇ ਕਦੇ ਦੱਸਣਾ ਹੁੰਦਾ, ਫਿਰ ਕੰਮ ਦੀ ਗੱਲ ਮੈਨੂੰ ਇਹੋ ਜਿਹੀ ਦਿਆ ਕਰੋ ਜਿਹੜੀ ਮੈਂ ਸਹੀ ਤਰ੍ਹਾਂ ਜਾ ਕੇ ਦੱਸਾਂ। ਉਹ ਕਹਿੰਦਾ ਜਿਹੜੇ ਬੰਦੇ ਸਭ ਤੋਂ ਪਹਿਲੇ ਦੱਸ ਕੇ ਕਿਹੜੀ ਖਬਰ ਦੱਸਾਂ, ਉਹ ਜਿਹੜੇ ਇਕੱਠੇ ਹੋਏ ਨੇ ਸਾਰੇ। ਹਾਂਜੀ, ਕਹਿੰਦੇ ਨੇ ਪਹਿਲੇ ਹੁੰਦੀ ਸੀ ਪੀਟੀਆਈ ਕੱਲੀ ਆਪੋਜੀਸ਼ਨ ਨਾ, ਬੜੀ ਤਾਕਤ ਬਣ ਕੇ ਉਭਰੀ ਸੀ, ਉਹ ਬਣਾਈ ਗਈ ਸੀ ਤਾਕਤ, ਇੱਕ ਜੈਲੀ ਜਿਹਾ ਅਕਸ ਜਿਹਾ ਬਣਾਇਆ ਸੀ, ਪਾਣੀ ਦਾ ਬੁਲਬੁਲਾ। ਤੇ ਉਹਨੂੰ ਜਦੋਂ ਤੁਸੀਂ ਬੈਨ ਕਰਨ ਲੱਗੇ ਸੀ ਤਾਂ ਯਾਦ ਹੈ, ਬੈਨ ਵੀ ਕਰਨ ਲੱਗੇ ਸੀ, ਉਹਦਾ ਨਿਸ਼ਾਨ ਵੀ ਲੈ ਲੈਣ ਲੱਗ ਗਏ ਸੀ। ਮੈਂ ਕਿਹਾ ਬਿਲਕੁਲ ਯਾਦ ਹੈ, ਉਹ ਕੋਟਾਂ ਦੇ ਵਿੱਚ ਜੱਜ ਵੀ ਬੋਲ ਪਏ, ਜੱਜ ਜਨਾਬ ਉਹਦੇ ਅੱਗੇ ਖਲੋ ਗਏ। ਮੈਂ ਕਿਹਾ ਬਿਲਕੁਲ, ਜੱਜ ਅੱਜ ਤੱਕ ਖਲੋਤੇ ਰਹੇ। ਮੈਂ ਕਿਹਾ ਬਿਲਕੁਲ। ਫਿਰ ਇਹਨਾਂ ਨੇ ਕਿਹਾ ਬਾਹਰ ਦੀ ਘੁੰਮਤਾਂ ਵੀ ਬੋਲ ਪਈਆਂ, ਉਹਨਾਂ ਨੇ ਕਿਹਾ ਵੀ ਆਇਆ ਬੜਾ ਜ਼ਿਆਦਤੀ ਹੋਣ ਲੱਗੀ, ਬੜੀ ਵੱਡੀ ਜਮਾਤ ਤੇ ਉਰੇ ਪਰੇ। ਹਾਂ ਬਿਲਕੁਲ। ਤੇ ਕਹਿੰਦੇ ਨੇ ਕਿ ਵੀ ਉਹ ਤਰੀਕਾ ਫਿਰ ਛੱਡਤਾ ਗਿਆ, ਤੇ ਉਹ ਤੇ ਉਹਨੂੰ ਤਾਂ ਖਤਮ ਕਰਨਾ ਹੀ ਕਰਨਾ, ਕਿਉਂਕਿ ਉਹ ਮੁਲਕ ਦੀ ਦੁਸ਼ਮਣ ਹੋ ਗਈ ਹੈ ਨਾ, ਉਹ ਸਿਆਸਤ ਨੇ ਕਦੀ ਕੀਤੀ ਹੀ ਨਹੀਂ। ਉਹਨੇ ਕਿਹਾ ਸਿਆਸਤ ਕੀਤੀ ਤਾਂ ਮੈਨੂੰ ਦੱਸ ਕੇ ਕਿੱਥੇ ਸਿਆਸਤ ਕੀਤੀ। ਤੇ ਜਦੋਂ ਦੁਸ਼ਮਣ ਹੈ ਤੇ ਦੁਸ਼ਮਣ ਨੂੰ ਮੁਕਾਉਣਾ ਹੈ, ਤੇ ਦੁਸ਼ਮਣ ਬਾਹਰ ਦੀ ਤਾਕਤ ਦੇ ਨਾਲ ਹੋਵੇ। ਉਹਨੇ ਕਿਹਾ ਤੁਸੀਂ ਇਹ ਦੇਖੋ, ਇਹ ਅੰਦਾਜ਼ਾ ਕਰਕੇ ਕਿੱਥੇ ਖਲੋਤੀ ਸਿਆਸਤ, ਤੈਨੂੰ ਨਹੀਂ ਸਮਝ ਲੱਗਣੀ। ਉਹਨੇ ਕਿਹਾ ਪੁੱਤਰ ਤੂੰ ਇਹ ਦੇਖ ਕਿੱਥੇ ਖਲੋਤੀ ਸੀ, ਰੈੱਡ ਲਾਈਨ ਸੀ ਤੇ ਕੀ ਕੁਛ ਸੀ, ਤੇ ਕਿਹੜੀ ਜਮਾਤ ਸੀ, ਤੇ ਕਮੈਂਟ ਦੇ ਕੀ ਹੋ ਜਾਂਦਾ ਪਾਕਿਸਤਾਨ। ਅੱਜ ਸਿਆਸਤਦਾਨ, ਪੁਰਾਣੇ ਸਿਆਸਤਦਾਨ ਆਪੋਜੀਸ਼ਨ ਕਰ ਰਹੇ ਨੇ, ਪਿੱਛੇ ਨੁੱਕਰ ਦੇ ਰੇਲੂ ਕੱਢੇ 2-3 ਖਲੋਤੇ ਉਹਨਾਂ ਦੇ। ਗੱਲ ਸਹੀ ਹੈ ਬਾਬਾ ਜੀ। ਤੇ ਕਹਿੰਦੇ ਜਿਹੜੇ ਆਇਨ ਦੇ ਬਾਲਦ ਸੀ ਤੇ ਕਾਨੂੰਨ ਦੇ ਚੱਲਣ ਦੀ ਗੱਲ ਕਰਨ ਵਾਸਤੇ ਉੱਥੇ ਗਏ ਨੇ, ਉਹ ਆਪ ਆਇਨ ਤੇ ਕਾਨੂੰਨ ਨੂੰ ਤੋੜ ਕੇ ਗੱਲ ਕਰ ਰਹੇ ਸੀ। ਮੈਂ ਕਿਹਾ ਉਹ ਕਿਸ ਤਰ੍ਹਾਂ? ਉਹ ਕਹਿੰਦੇ ਨੇ ਜੀ ਉਹ ਕਿਸੇ ਦੇ ਹੋਟਲ ਹੀ ਵੜ ਕੇ ਤੇ ਗੱਲਾਂ ਕਰਨੀਆਂ, ਕਿਸੇ ਦੇ ਹੋਟਲ ਤੇ ਕਬਜ਼ਾ ਕਰ ਜਾਣਾ, ਕਿਸੇ ਹੋਟਲ ਤੇ ਵੜ ਜਾਣਾ ਬਦੋ-ਬਦੀ ਉਹਦੀ ਇਜਾਜ਼ਤ ਤੋਂ ਬਗੈਰ, ਤੇ ਆਇਨ ਤੇ ਕਾਨੂੰਨ ਦੀ ਧੱਜੀਆਂ ਉਡਾ ਕੇ ਤੁਸੀਂ ਕਹੋ ਆਇਨ ਤੇ ਕਾਨੂੰਨ ਤੇ ਚੱਲਣਾ, ਤੇ ਮਕਸਦ ਤੇ ਫੌਤ ਹੋ ਗਿਆ। ਮੈਂ ਕਿਹਾ ਬਾਬਾ ਜੀ ਇਹ ਤਾਂ ਗੱਲਾਂ ਚਲੋ ਠੀਕ ਹੋ ਗਈਆਂ, ਮੈਨੂੰ ਸਮਝ ਲੱਗ ਗਈ ਕਿ ਉਹ ਜਿਹੜਾ ਕੰਮ ਆਪ ਕਰ ਰਹੇ ਸੀ ਉਸ ਟਾਈਮ, ਉਹੀ ਸਾਡੇ ਕੋਲੋਂ ਮੰਗ ਰਹੇ ਸੀ। ਇਹੀ ਕਹਿ ਰਹੇ? ਕਹਿੰਦੇ ਬਿਲਕੁਲ ਇਹੀ ਕਹਿ ਰਹੇ। ਫਿਰ ਮੈਂ ਕਿਹਾ ਵੀ ਤੁਸੀਂ ਇਹ ਵੀ ਕਿਹਾ ਕਿ ਵੀ ਉਹ ਸਿਆਸਤਦਾਨਾਂ ਨੇ ਇਹਦੇ ਨਾਲ ਸਿਆਸਤ ਖੇਲੀ, ਤੇ ਸਿਆਸਤ ਜਿਹੜੀ ਸਿਆਸਤ ਦੇ ਸਿਰ ਤੇ ਆਇਆ ਸੀ, ਸਿਆਸਤਦਾਨ ਨਹੀਂ ਗਾ ਲੇਕਿਨ ਆਇਆ ਸਿਆਸਤ ਦੇ ਸਿਰ ਤੇ ਸੀ, ਤੇ ਇਹਨੂੰ ਸਿਆਸਤ ਦੇ ਵਿੱਚੋਂ ਆਪਣੀ ਸਿਆਸਤਦਾਨਾਂ ਦੀ ਸਿਆਸਤ ਹੁੰਦੀ ਹੈ, ਉਹਨਾਂ ਨੇ ਆਪਣੀ ਸਿਆਸਤ ਮੱਖਣ ਦੀ ਬਾਲ ਤਰ੍ਹਾਂ ਕੱਢ ਕੇ ਬਾਹਰ ਮਾਰਤਾ। ਉਹ ਪਿੱਛੇ ਨੁੱਕਰ ਹੀ ਖਲੋਤੇ। ਮੈਂ ਕਿਹਾ ਕਹਿੰਦੇ ਬਿਲਕੁਲ ਸਹੀ ਆ ਹੋਈ। ਤੇ ਮੈਂ ਕਿਹਾ ਬਾਬਾ ਜੀ ਲੱਗਦੇ ਸੀ ਸ਼ਾਇਦ ਕਾਨ ਬਾਸੀ ਵਗੈਰਾ ਵੀ ਦੱਸਿਓ ਕਰੋਨਾ ਕੇ ਪੈਂਸਲ ਖਟਕ ਤੇ ਉਹਦੇ ਪਰੇ। ਉਹਨਾਂ ਨੇ ਕਿਹਾ ਕਿ ਮੈਨੂੰ ਇੱਕ ਗੱਲ ਦੱਸ ਕਿ ਇਹ ਜਿਹੜਾ ਪਾਕਿਸਤਾਨ ਹੈ ਇਹ ਮੁਆਵਜ਼ਾ ਤੋਂ ਬਗੈਰ ਹੈ? ਮੈਂ ਕਿਹਾ ਜੀ ਨਹੀਂ, ਮੈਂ ਤੇ ਪੂਰਾ ਯਕੀਨ ਹੈ ਮੁਆਵਜ਼ੇ ਦੇ, ਹਰ ਵਕਤ ਜਾਗਦੇ, ਹਰ ਵਕਤ ਜਨਾਬ ਜੋਸ਼ੀਲੇ ਮੁਆਵਜ਼ ਆਪਣੀ ਜਾਨਾਂ ਦਿੰਦੇ, ਤੇ ਚਾਕੋ ਚਬੰਦ ਤੇ ਅੱਖਾਂ ਬੰਦ ਨਹੀਂ ਕਰਦੇ, ਹਰ ਵੇਲੇ ਰੈਡੀ ਰਹਿੰਦੇ ਨੇ। ਮੈਂ ਕਿਹਾ ਹਾਂ ਹੁਣ ਪਹੁੰਚਿਆ ਸਹੀ ਜਗ੍ਹਾ ਤੇ ਮੈਂ ਕਿਹਾ ਫਿਰ ਇਹ ਕੀ ਹੋ ਰਿਹਾ? ਉਹਨੇ ਕਿਹਾ ਤਾਂ ਹੀ ਹੋ ਰਿਹਾ ਕਿ ਜੇ ਤੇ ਕਰੇ ਸੱਚੀ ਮੁੱਚੀ ਕੋਈ ਇਹੋ ਜਿਹੀ ਹਰਕਤ ਜਿਹੜੀਆਂ ਕਹਿੰਦੇ ਨੇ, ਤੇ ਉਹ ਤੇ ਅਗਲਾ ਸਾਹ ਲੈਣਾ ਹੁੰਦਾ, ਮਸਲਾ ਹੀ ਕੋਈ ਨਹੀਂ, ਲੈ ਹੀ ਨਹੀਂ ਸਕਦਾ। ਪਾਕਿਸਤਾਨ ਦਾ ਦੁਸ਼ਮਣ ਪਾਕਿਸਤਾਨੀ ਖਲੋ ਕੇ ਸਾਹ ਲੈ ਜਾਵੇ, ਜਾਂ ਬਾਹਰੋਂ ਖਲੋ ਕੇ ਸਾਹ ਲੈ ਜਾਵੇ। ਉਹ ਡਿਊਟੀਆਂ ਦੇ ਉੱਪਰ ਲੱਗੇ ਨੇ, ਜਾਗਦੇ ਨੇ, ਉਹ ਸੁੱਤੇ ਥੋੜੀ ਹੋਏ ਨੇ। ਤੇ ਜੇ ਤੁਸੀਂ ਵੇਖੋ ਕਿ ਵੀ ਕਈ ਵੀ ਜਾ ਰਿਹਾ ਤਾਂ ਹੋਇਆ ਵੀ ਕੁਛ ਨਹੀਂ, ਜਿਵੇਂ ਕਈ ਜਾ ਰਿਹਾ ਅਲੀ ਮੈਨੂੰ ਗੰਡਾਪੁਰ ਤੋਂ, ਹੁੰਦਾ ਵੀ ਕੁਛ ਨਹੀਂ। ਪੈਂਸਲ ਖਟਕ ਨੇ ਕਿਹਾ ਵੀ ਸੀ ਤੇ ਹੋਇਆ ਵੀ ਕੁਛ ਨਹੀਂ, ਉਹਨੇ ਤਾਂ ਫੂਕ ਮਾਰਦੇ ਨੇ, ਉੱਡ ਜਾਣਾ ਸੀ, ਤੇ ਕਿਸੇ ਨੇ ਫੂਕ ਮਾਰੀ। ਇਹਨਾਂ ਮਤਲਬ ਤੁਸੀਂ ਆਪੇ ਸਮਝਦਾਰ ਹੋ। ਮੈਂ ਕਿਹਾ ਹਾਂ ਬਾਬਾ ਜੀ ਹੁਣ ਅਕਸਰ ਅੱਗੇ ਤਸਵੀਰਾਂ ਕਰਨਾ ਲੋਕੀ ਸੁਣ ਲੈਣਗੇ, ਖੈਰ ਸਮਝਦੇ ਤੁਸੀਂ ਵੀ ਗਏ ਹੋਵੋਗੇ। ਉਹ ਫਿਰ ਸ਼ਾਹਿਦ ਖਾਨ ਅਬਾਸੀ ਵਗੈਰਾ ਦੀ ਜਿਹੜੀ ਗੱਲ ਆਈ ਨਾ ਜੀ, ਉਹਨਾਂ ਕਿਹਾ ਪੁੱਤਰ ਸ਼ਾਹਿਦ ਖਾਨ ਅਬਾਸੀ ਕੌਣ ਹੈ? ਮੈਂ ਕਿਹਾ ਜੀ ਉਹ ਤਾਂ ਨੂਨ ਲੀਗ ਦਾ ਹੁੰਦਾ ਸੀ ਪਹਿਲੇ। ਉਹਨੇ ਕਿਹਾ ਵਜ਼ੀਰ ਆਜ਼ਮ ਵੀ ਰਿਹਾ, ਸਾਰਾ ਕੁਛ। ਮੈਂ ਕਿਹਾ ਜੀ ਉਹਨੇ ਜੇਲਾਂ ਵੀ ਕੱਟੀਆਂ, ਉਹਨੇ ਆਪਣੀ ਲਾਇਲਟੀ ਸਾਬਤ ਕੀਤੀ ਹੈ ਨੂਨ ਲੀਗ ਦੇ ਨਾਲ ਨਾ। ਮੈਂ ਕਿਹਾ ਜੀ ਬਿਲਕੁਲ ਐਸਾ ਹੀ ਹੈ, ਤੇ ਹੁਣ ਕੀ ਦੌਰਾ ਪਿਆ ਨੂੰ? ਉਹਨਾਂ ਕਿਹਾ ਦੌਰਾ ਕਾਹਦਾ ਪਿਆ? ਨੂਨ ਲੀਗ ਕਿਹਦੇ ਨਾਲ ਆਪੋਜੀਸ਼ਨ ਕਰ ਰਹੀ ਸੀ? ਮੈਂ ਕਿਹਾ ਪੀਟੀਆਈ ਨਾਲ, ਕਿਉਂਕਿ ਪੀਟੀਆਈ ਉਹ ਸਿਆਸਤ ਦੇ ਵਿੱਚ ਕਬਜ਼ਾ ਕਰਕੇ ਆ ਗਈ ਸੀ, ਫੌਜੀਆਂ ਨੇ, ਚੰਦ ਬੰਦਿਆਂ ਨੇ, ਤਾਕਤਵਰਾਂ ਨੇ ਖਿਲਾਰਤਾ ਸੀ। ਤੇ ਹੁਣ ਕਿਹਦੇ ਨਾਲ ਕਰ ਰਹੀ ਹੈ? ਕਦੇ ਨਾ। ਮੈਂ ਕਿਹਾ ਜੀ ਹੁਣ ਤੇ ਉਹ ਸ਼ਾਹਿਦ ਖਾਨ ਅਬਾਸੀ ਦਾ ਤੇ ਸ਼ਾਹਿਦ ਖਾਨ ਅਬਾਸੀ ਨੂਨ ਲੀਗ ਦਾ ਤੇ ਆਪਸ ਵਿੱਚ ਲੈਣ ਦੀ ਗੱਲ, ਮਤਲਬ ਕਿ ਸਾਰਾ ਕੁਝ ਖਤਮ ਹੋ ਗੱਲ, ਉਹ ਪਰੇ ਦੇ ਪਰੇ ਚਲੇ ਗਏ। ਉਹ ਮੈਂ ਕਿਹਾ ਬਾਬਾ ਜੀ ਇੱਥੇ ਹੁਣ ਸਮਝ ਲੱਗੀ ਤੁਸੀਂ ਗੱਲ ਇਸ ਤਰ੍ਹਾਂ ਕੀ ਹੈ। ਨੀਂਦਰ ਉਧਰ ਖੁੱਲ ਗਈ, ਫਿਰ ਉੱਠ ਕੇ ਗੱਲ ਨੂੰ ਸਮਝ ਆ ਗਈ, ਤੁਸੀਂ ਸਮਝ ਗਏ ਹੋਵੋਗੇ। ਇੱਥੇ ਬੈਠੇ ਸਾਰੀ ਦਿਹਾੜੀ ਰੌਲਾ ਪਿਆ ਹੈ ਕਿ ਜੀ ਫੜ ਲਓ ਗਈ ਜਿਹੜੀ ਉਹ ਸ਼ਾਹਿਦ ਖਾਨ ਅਬਾਸੀ ਨੇ ਫਲਾਣਾ ਕਰ, ਉਹ ਕਰਤਾ ਸੀ ਯਾਰ ਕੁਛ ਵੀ ਨਹੀਂ। ਉਦੋਂ ਵੀ ਉਹ ਕੰਮ ਕਰ ਰਿਹਾ ਸੀ, ਹੁਣ ਵੀ ਕੰਮ ਕਰ ਰਿਹਾ। ਕੰਮ ਕਰਨ ਦੇ ਤਰੀਕੇ ਹੁੰਦੇ ਨੇ।
ਕਿਹੜੀ ਕੁਰਬਾਨੀ ਜਿਹੜੀ ਉਹਨੇ ਨਹੀਂ ਦਿੱਤੀ। ਤੇ ਉਹ ਪੈਨਸਲ ਖਟਕ ਹੈ, ਉਹਨੂੰ ਕੋਈ ਬਸ਼ੀਰ ਬਣਾਤਾ ਹੈ ਵਜ਼ੀਰ ਆਜ਼ਮ ਦਾ, ਤੇ ਉਹ ਕੀ ਉਹ ਪਟਾਕਾ ਜਿਹੜਾ ਚੱਲ ਜਾਏਗਾ। ਉਹ ਦੋ ਚਾਰ ਉਹਨੇ ਜੋੜਿਆਂ ਨੇ ਲਾਣੇ ਹੁੰਦੇ ਨੇ ਦਿਹਾੜੀ ਦੇ ਵਿੱਚ, ਸੋ ਰਹਿਣਾ ਹੁੰਦਾ ਉਹਨੇ ਕਰਨਾ ਕੀ। ਉਹਦਾ ਇੰਨਾ ਹੀ ਕੰਮ ਹੈ ਨਾ ਕਿ ਜੋੜਾ ਭਰਿਆ, ਸੂਟਾ ਲਾਇਆ, ਤੇ ਸੂਟਾ ਲਾ ਕੇ ਜਦੋਂ ਮੌਜ ਚ ਆਇਆ ਤੇ ਜਿਹੜੀ ਗੱਲ ਉਹਨੂੰ ਕਿਹਾ ਕਿਸੇ ਨੇ ਕਿ ਵੀ ਫਲਾਨੀ ਗੱਲ ਕਰਨੀ ਹੈ, ਉਹਨੇ ਕਹਿਣਾ ਇੱਧਰ ਮਾਈਕ ਕਰੋ। ਉਹਨੇ ਜਨਾਬ ਉਹ ਗੱਲ ਕਹਿਣੀ ਸ਼ੁਰੂ ਕਰਨੀ ਹੈ, ਜਾਂ ਇੱਥੇ ਲਾ ਕੇ ਜਾਂ ਫੋਨ ਤੇ ਜਿੱਥੇ ਵੀ ਉਹਦੇ ਕੋਈ ਗੱਲ ਕਰਾਣੀ ਹੈ। ਉਹਦੇ ਵਿਚਾਰੇ ਦੀ ਜਾਨ ਹੀ ਇੰਨੀ, ਉਹ ਗੱਲ ਕਰਦੇ ਕਰਦੀ ਉੱਥੇ ਹੀ ਸੋ ਜਾਂਦਾ ਹੈ। ਦੁਬਾਰਾ ਉੱਠਦਾ ਤੇ ਫਿਰ ਜੋੜਾ ਤਿਆਰ ਹੁੰਦਾ ਹੈ। ਬਹਰਹਾਲ ਜੋੜਾ ਜਿਹੜਾ ਨਾ, ਜੋੜੀਆਂ ਪਾਕਿਸਤਾਨ ਦੀਆਂ ਸਲਾਮਤ ਰਵਨ। ਹੁਣ ਰਹੇਗਾ ਗੱਲ ਕਿ ਪਾਕਿਸਤਾਨ ਦਾ ਇਸ ਟਾਈਮ ਜਿਹੜੀ ਸੂਰਤ ਹਾਲ ਬਣੀ ਹੈ, ਇੱਥੇ ਕਈ ਇੱਕ ਪੇਜ ਬਣੇ ਨੇ ਤੇ ਕਈ ਇੱਕ ਪੇਜ ਟੁੱਟ ਰਹੇ ਨੇ ਤੇ ਕਈ ਕੁਛ ਹੋਇਆ ਹੈ। ਲੇਕਿਨ ਇੱਕ ਪੇਜ ਹਮੇਸ਼ਾ ਜਿਹੜਾ ਪਾਕਿਸਤਾਨ ਦੇ ਫੇਵਰ ਵਿੱਚ ਹੋਵੇ, ਜਿਹੜਾ ਪਾਕਿਸਤਾਨ ਦੇ ਅਗੇਂਸਟ ਹੋਵੇ, ਇੱਕ ਪੇਜ ਤੋਂ ਨੁਕਸਾਨ ਦੇਗਾ। ਤੇ ਜਿਹੜਾ ਪਾਕਿਸਤਾਨ ਦੇ ਫੇਵਰ ਵਿੱਚ ਹੋਵੇ ਇੱਕ ਪੇਜ, ਤੇ ਐਸਾ ਇੱਕ ਪੇਜ ਹੋਵੇ ਜਿੱਥੇ ਰੌਲਾ ਵੀ ਪੈਂਦਾ ਹੋਵੇ, ਜਿੱਥੇ ਇਹ ਨਾ ਹੋਵੇ ਕਿ ਵੀ ਤੁਸੀਂ ਮੈਂ ਉਹਨੂੰ ਬੰਦ ਕਰ ਦਿਆਂਗਾ ਮੁੱਛਾਂ ਤੋਂ ਫੜ ਕੇ ਤੇ ਬੰਦ ਵੀ ਜਾਵੇ। ਉਹ ਸ਼ਾਇਦ ਖਾਨ अब्बासी मुझे कहते थे मुझे बंद कर दो, मैंने बंद कर दी है। ਤੁਹਾਨੂੰ ਗੱਲਾਂ ਯਾਦ ਨੇ ਨਾ। ਇਹੋ ਜਿਹਾ ਇੱਕ ਪੇਜ ਨਹੀਂ ਚਾਹੀਦਾ। ਇੱਕ ਪੇਜ ਐਸਾ ਕਿ ਜਿੱਥੇ ਆਇਨ ਤੇ ਕਾਨੂੰਨ ਦੀ ਬਲਾਦਸਤੀ ਦੀ ਗੱਲ ਹੋਵੇ, ਜੱਜ ਆਪਣੀ ਦਿੱਤੀਆਂ ਗੱਲਾਂ ਖੋਲਦੇ ਪਏ ਹੋਣ, ਫੌਜੀ ਆਪਣੀ ਦਿੱਤੀਆਂ ਗੱਲਾਂ ਖੋਲਦੇ ਪਏ ਹੋਣ, ਮੁਲਕ ਤਰੱਕੀ ਤਰਫ ਜਾ ਰਿਹਾ ਹੋਵੇ, ਇੱਕ ਜਹਾਜ਼ ਉੱਡ ਕੇ ਜਾ ਰਿਹਾ ਹੋਵੇ ਇਨਵੈਸਟਮੈਂਟ ਕਰਕੇ, ਦੂਸਰਾ ਜਹਾਜ਼ ਉੱਡ ਕੇ ਆ ਰਿਹਾ ਹੋਵੇ ਇਨਵੈਸਟਮੈਂਟ ਕਰਨ ਵਾਸਤੇ, ਨਾ ਕਿ ਕਰਜ਼ੇ ਆਪ ਵੀ ਬਣੋ ਕਰਜ਼ੇ ਲੈ ਕੇ ਕੌਮ ਨੂੰ ਲੰਗਰ ਤੇ ਲਾਇਆ ਜਾ ਰਿਹਾ ਹੋਵੇ, ਲੰਗਰ ਖਾਨਿਆਂ ਤੇ ਬੇਘਰ ਲੋਕ ਜਿਹੜੇ ਕਦੇ ਅਸੀਂ ਬੇਘਰ ਹੋ ਗਏ ਤੇ ਕਿਸੇ ਦੇ ਪੈਸਿਆਂ ਤੇ ਉੱਥੇ ਸ਼ੈਲਟਰ ਹਾਊਸ ਬਣਾ ਕੇ ਕਿ ਆਪਣਾ ਘਰ ਛੱਡ ਦਿਓ, ਸ਼ੈਲਟਰ ਹੋਮ ਗੰਦੇ ਬਿਸਤਰਿਆਂ 'ਚ ਜਾ ਕੇ ਬਿਮਾਰੀਆਂ ਲਈ ਵੜ ਜਾਓ ਤੇ ਇੱਥੋਂ ਜਨਾਬ ਰੋਟੀ ਖਾ ਲਓ, ਤੇ ਜਿਹੜਾ ਸਾਰੀ ਜ਼ਿੰਦਗੀ ਅਸੀਂ ਕੰਮ ਕੀਤਾ ਉਹੀ ਤੁਸੀਂ ਕਰੋ। ਉਹਨੇ ਸਾਰੀ ਕੌਮ ਨੂੰ ਇਮਰਾਨ ਖਾਨ ਬਣਾ ਦਿੰਦੇ ਚੱਕਰ ਹੀ ਪੈ ਗਿਆ ਸੀ। ਤੇ ਹੁਣ ਫਸਲਾਂ ਜਦੀਦ ਤਰੀਕੇ ਨਾਲ ਉਗਾਓ, ਟਰੈਕਟਰ ਲਵੋ, ਕਰਜ਼ਾ ਲਵੋ, ਜਿਹੜਾ ਕੰਮ ਹੈਗਾ ਤੁਸੀਂ ਕਰੋ, ਅਸੀਂ ਤੁਹਾਡੇ ਪਿੱਛੇ ਖਲੋਤੇ ਹਾਂ, ਅਸੀਂ ਤੁਹਾਡੇ ਨਾਲ ਖਲੋਤੇ ਹਾਂ, ਗ੍ਰਾਂਟ ਚੀਜ਼ ਦੀ ਲਵੋ। ਤਰੱਕੀ ਦੀ ਰਾਹਾਂ ਤੇ ਪਾਕਿਸਤਾਨ ਗਾਮਜ਼ਾਨ ਹੈਗਾ। ਅੱਲਾਹ ਪਾਕ ਦੇ ਫਜ਼ਲ ਕਰਨ ਵੱਲ ਗੱਲਾਂ ਬਾਤਾਂ ਹੋ ਗਈਆਂ ਨੇ, ਚੰਗੀਆਂ ਲੱਗੀਆਂ ਨੇ ਤੇ ਚੰਗੀ ਕਹਿ ਦੇਣਾ, ਮੰਦੀਆਂ ਲੱਗੀਆਂ ਨੇ ਮੰਦੀ ਕਹਿ ਦੇਣਾ, ਸਮਝ ਆਈ ਤੇ ਲਿਖ ਦੇਣਾ ਥੱਲੇ ਕਿ ਲੱਗ ਗਈ ਸਮਝ, ਨਹੀਂ ਆਈ ਤੇ ਲਿਖ ਦੇਣਾ ਕੋਈ ਸਮਝ ਨਹੀਂ ਲੱਗੀ, ਤੇ ਚੱਲ ਨਿਕਲ ਅੱਗੇ, ਅਸੀਂ ਅੱਗੇ ਨਿਕਲ ਜਾਵਾਂਗੇ। ਦੁਆ में याद रखना, चैनल सब्सक्राइब करना, लाइक करना, शेयर करना। अल्लाह हाफिज।